morning students. Good morning students. ਆਪਾਂ ਪਿਛਲੇ ਟੌਪਿਕਸ ਦੇ ਵਿੱਚ ਗੌਸ ਥਿਊਰਮ ਬਾਰੇ ਸਟੱਡੀ ਕੀਤਾ ਸੀਗਾ ਬਟ ਅੱਜ ਆਪਾਂ ਬਹੁਤ ਹੀ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਟੌਪਿਕ ਦੀ ਸਟੱਡੀ ਕਰਾਂਗੇ ਐਪਲੀਕੇਸ਼ਨ ਆਫ ਗੌਸ ਥਿਊਰਮ ਹਾਊ ਟੂ ਯੂਜ਼ ਦ ਗੌਸ ਥਿਊਰਮ ਤੁਸੀਂ ਕਿੱਥੇ ਕਿੱਥੇ ਗੌਸ ਥਿਊਰਮ ਨੂੰ ਅਪਲਾਈ ਕਰਦੇ ਹੋ ਹੈ ਨਾ ਜਿਵੇਂ ਗੌਸ ਥਿਊਰਮ ਦੇ ਵਿੱਚ ਆਪਾਂ ਨੇ ਪੜ੍ਹਿਆ ਸੀ ਵੀ ਆਪਾਂ ਚਾਰਜ ਨੂੰ ਕਿਸ ਤਰ੍ਹਾਂ ਐਨਕਲੋਜ਼ ਕਰ ਸਕਦੇ ਹਾਂ ਕਿਸ ਤਰ੍ਹਾਂ ਕਿਹੜੇ ਵੇਜ਼ ਨੇ ਆਪਾਂ ਹੁਣ ਦੇਖਾਂਗੇ जिस तरह आप चार्जेस ਨੂੰ ਕੀ ਕਰ ਸਕਦੇ ਆ ਐਨਕਲੋਜ਼ ਸਭ ਤੋਂ ਪਹਿਲੀ ਐਪਲੀਕੇਸ਼ਨ ਜਿੱਥੇ ਇਹਨੂੰ ਯੂਜ਼ ਕੀਤਾ ਜਾਂਦਾਗਾ ਫੀਲਡ ਡਿਊ ਟੂ ਐਨ ਇਨਫਿਨਾਈਟਲੀ ਲੌਂਗ ਸਟ੍ਰੇਟ ਯੂਨੀਫਾਰਮਲੀ ਚਾਰਜਡ ਵਾਇਰ ਸਭ ਤੋਂ ਪਹਿਲੀ ਐਪਲੀਕੇਸ਼ਨ ਇਹ ਐਪਲੀਕੇਸ਼ਨ ਆ ਬਟ ਇਸ ਨੂੰ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਦੱਸਣਾ ਚਾਹਾਂਗੀ ਆਪਾਂ ਪਹਿਲੇ ਚੈਪਟਰ ਦੇ ਵਿੱਚ ਇਹ ਕੀਤਾ ਸੀਗਾ ਕੰਟੀਨਿਊਸ ਚਾਰਜ ਡਿਸਟ੍ਰੀਬਿਊਸ਼ਨ ਕੀਤਾ ਸੀ ਨਾ ਜੇ ਤੁਹਾਨੂੰ ਯਾਦ ਹੋਵੇ कंटीन्यूअस चार्ज डिस्ट्रीब्यूशन ਦੇ ਵਿੱਚ ਆਪਾਂ ਲੀਨੀਅਰ ਚਾਰਜ ਡਿਸਟ੍ਰੀਬਿਊਸ਼ਨ ਕੀਤਾ ਸੀ ਲੀਨੀਅਰ ਚਾਰਜ ਡਿਸਟ੍ਰੀਬਿਊਸ਼ਨ ਨੂੰ ਆਪਾਂ ਨੇ ਕੀ ਕਿਹਾ ਸੀਗਾ ਉਹਨੂੰ ਕਿਹਦੇ ਤੇ ਇਹਦੇ ਵਿੱਚ ਆਪਾਂ ਕੀ ਸ਼ੋ ਕਰ ਸਕਦੇ ਹਾਂ ਓਨਲੀ ਲੈਂਥ ਹਨਾ ਇਹਨੂੰ ਆਪਾਂ ਨੇ ਲੈਮਡਾ ਦੇ ਨਾਲ ਡਿਨੋਟ ਕੀਤਾ ਸੀ ਇਹਦਾ ਫਾਰਮੂਲਾ ਆਇਆ ਸੀ Q/L ਐਵੇਂ ਆਪਾਂ ਨੇ ਕਿ ਇਨਫਿਨਾਈਟਲੀ ਲੌਂਗ ਚਾਰਜ ਸ਼ੀਟ ਲੈ ਲਈ ਸੀ ਹਨਾ ਤੇ ਉਹਦੇ ਵਿੱਚ ਕੀ ਆ ਲੈਂਥ ਵੀ ਆ ਰਹੀ ਸੀ ਤੇ ਬ੍ਰੈਡਥ ਵੀ ਆ ਰਹੀ ਸੀ इस करके ਆਪਾਂ ਉਹਦਾ ਕੀ ਲਿਆ ਸੀ ਏਰੀਆ ਸਰਫੇਸ ਏਰੀਆ ਜਿਹਨੂੰ ਆਪਾਂ ਨੇ ਸਿਗਮਾ ਨਾਲ ਡਿਨੋਟ ਕੀਤਾ ਸੀ ਸਿਗਮਾ ਦਾ ਫਾਰਮੂਲਾ ਆਇਆ ਸੀਗਾ Q/ ਏਰੀਆ ਸਰਫੇਸ ਏਰੀਆ ਐਵੇਂ ਆਪਾਂ ਨੇ ਇੱਕ ਕਿਊਬ ਲਿਆ ਸੀ ਕਿਊਬ ਦੇ ਵਿੱਚ ਆਪਾਂ ਨੇ ਕੀ ਲਿਆ ਸੀਗਾ ਵੋਲਿਊਮ ਫਾਈਂਡ ਕੀਤਾ ਸੀਗਾ ਵੋਲਿਊਮ ਮਤਲਬ ਰੋ ਵੋਲਿਊਮ ਚਾਰਜ ਡਿਸਟ੍ਰੀਬਿਊਸ਼ਨ ਰੋ ਕਿਹਦੇ ਕੋਲ ਆਇਆ ਸੀ Q/V ਇਹ ਆ ਸੀ ਇਹਨਾਂ ਤਿੰਨਾਂ ਨੂੰ ਆਪਾਂ ਨਾ ਯੂਜ਼ ਕਰਾਂਗੇ ਜ਼ਿਆਦਾ ਦੋਨੋਂ ਯੂਜ਼ ਹੋ ਰਹੇ ਨੇਗੇ ਲੇਕਿਨ ਤਾਂ ਲੀਨੀਅਰ ਚਾਰਜ ਡਿਸਟ੍ਰੀਬਿਊਸ਼ਨ ਇਹ ਤਾਂ ਹਾਂਜੀ ਯੂਜ਼ ਹੋਣਾ ਹੈ ਕਿਉਂਕਿ ਉਹਨਾਂ ਨੇ ਕਿਹਾ ਇਨਫਿਨਾਈਟਲੀ ਲੌਂਗ ਸਟ੍ਰੇਟ ਯੂਨੀਫਾਰਮਲੀ ਚਾਰਜਡ ਵਾਇਰ ਵੀ ਮਤਲਬ ਇਨਫਿਨਾਈਟ ਹੈ ਜਿਹਦੀ ਆਪਾਂ ਲੈਂਥ ਨੂੰ ਮੈਜ਼ਰ ਨਹੀਂ ਕਰ ਸਕਦੇ ਜਿਹਦੀ ਆਪਾਂ ਲੈਂਥ ਨੂੰ ਕੀ ਨਹੀਂ ਕਰ ਸਕਦੇ ਮੈਜ਼ਰ ਨਹੀਂ ਕਰ ਸਕਦੇ ਹਨਾ ਜਿਵੇਂ ਕਿ ਆਪਾਂ ਨੇ ਕੀ ਕੀਤਾ एक अपन infinitely long charged wire ले infinitely long straight uniformly charged wire क्या ना देखो अपने गॉस थ्योरम ਨੂੰ ਅਪਲਾਈ ਕਰਨਾ ਗॉस ਥਿਊਰਮ ਨੂੰ ਅਪਲਾਈ ਕਰਨਾ ਆਪਾਂ ਨੇ ਕੀਤਾ ਸੀ ਚਾਰਜ ਨੂੰ ਐਨਕਲੋਜ਼ ਕਰਨਾ ਤਾਂ ਚਾਰਜ ਨੂੰ ਕਲੋਜ਼ ਕਰਨਾ ਪਊਗਾ ਚਾਰਜ ਨੂੰ ਕਿਹਦੇ ਨਾਲ ਕਲੋਜ਼ ਕਰ ਦਿੰਦੇ ਸੀ ਥਰੂ ਗੌਸੀਅਨ ਸਰਫੇਸ ਤਾਂ ਲੈਂਥ ਹੈਗੀ ਵਾਇਰ ਆ ਇਹਨੂੰ ਆਪਾਂ ਕਿਹਦੇ ਨਾਲ ਇਨਕਲੋਜ਼ ਕਰ ਸਕਦੇ ਆ ਥਰੂ ਸਿਲੰਡਰੀਕਲ ਬਾਡੀ ਤਾਂ ਤੁਸੀਂ ਇੱਕ ਗੱਲ ਯਾਦ ਰੱਖਿਓ ਜਿਵੇਂ ਕਿ ਆਹ ਕੀ ਆਪਣੇ ਕੋਲ ਇੱਕ ਮਾਰਕਰ ਹੈ ਆ ਮਾਰਕਰ ਹੈ ਨਾ ਆਪਣੇ ਕੋਲ ਸਿੰਪਲ ਜਦੋਂ ਆਹ ਵਾਲਾ ਮਾਰਕਰ ਹੈ ਤਾਂ ਦੇਖੋ ਆਪਣੇ ਕੋਲ ਆ ਇੱਕ ਸਿਲੰਡਰ ਹੋ ਗਿਆ ਜਿਹੜੀ ਆਹ ਵਾਲੀ ਸਰਫੇਸ ਹੁੰਦੀ ਹੈ ਇਹ ਕਰਵਡ ਸਰਫੇਸ ਹੁੰਦੀ ਹੈ ਆਹ ਵਾਲੀ ਦੋਨੋਂ ਸਰਫੇਸ ਕਿਹੜੀਆਂ ਹੁੰਦੀਆਂ ਨੇ सर्कल स्फीयर सर्फेसेस ਹੁੰਦੀਆਂ ਨੇ ਜਿਵੇਂ ਇੱਕ ਢੋਲਕੀ ਹੁੰਦੀ ਆ ਢੋਲਕੀ ਤੁਸੀਂ ਦੇਖਿਆ ਹੋਇਆ ਨਾ ਜਿਹਨੂੰ ਆਪਾਂ ਵਜਾਉਂਦੇ ਆ ਉਹਦਾ ਕੀ ਹੁੰਦੀਆਂ ਨੇਗੀਆਂ ਸਰਕਲ ਦੇ ਵਿੱਚ ਹੁੰਦੀਆਂ ਨੇ ਜਿਹਦੇ ਉੱਪਰ ਚਮਚਾ ਮਾਰਦੀਆਂ ਨੇ ਕਈ ਵਾਰ ਬੈਡਿੰਗ ਸੈਰੇਮਨੀਜ਼ ਦੇ ਵਿੱਚ ਤੁਸੀਂ ਦੇਖਦੇ ਹੋ ਸਪੂਨ ਮਾਰਦੇ ਹੁੰਦੇ ਨੇ ਨਾ ਇਸ ਦੇ ਉੱਪਰ ਮਾਰਦੇ ਨੇ ਲੱਕੜ ਵਾਲੀ ਸਰਫੇਸ ਉਹ ਕੀ ਹੁੰਦੀ ਹੈ ਆਪਣੇ ਕੋਲ ਕਰਵਡ ਸਰਫੇਸ ਤਾਂ ਆ ਕਰਵਡ ਸਰਫੇਸ ਆ ਗਈ ਆਪਣੇ ਕੋਲ ਸਿੰਪਲ ਤੇ ਆ ਕਿਹੜੀ ਸਰਫੇਸ ਆ ਗਈ सर्कुलर लिख दो या फिर स्फीयर टाइप लिख दो ठीक है समझ आ गई गल हुण अपने चार्ज ਨੂੰ ਤਾਂ ਐਨਕਲੋਜ਼ ਕਰਤਾ ਹੁਣ ਇਹਦੇ ਵਿੱਚ ਆਪਾਂ ਕੀ ਕਰਾਂਗੇ ਯੂਨੀਫਾਰਮਲੀ ਚਾਰਜਡ ਵਾਇਰ ਆ ਤਾਂ ਆਪਣੇ ਕੋਲ ਰੀਜ਼ਨ ਇਹਦੇ ਵਿੱਚ ਤਿੰਨ ਬਣਨਗੇ one is this another one is this and third one is this ਦੋ ਸਰਕੂਲਰ ਦੇ ਸੇਮ and third one is curved ਤਾਂ ਇਹ ਰੀਜ਼ਨ ਨੂੰ ਆਪਾਂ ਫਾਈਂਡ ਕਰਨ ਦੇ ਲਈ ਆਪਾਂ ਸਮਾਲ ਏਰੀਆ ਵੈਕਟਰ ਲੈਂਦੇ ਹੁੰਦੇ ਸੀ ਸਮਾਲ ਏਰੀਆ ਐਲੀਮੈਂਟ ਲੈ ਲਿਆ ਇਹਨੂੰ ਆਪਾਂ ਨੇ ds ਲੈ ਲਿਆ ਰੀਜ਼ਨ ਫਰਸਟ ਇਹਦੇ ਵਿੱਚ ਆਪਾਂ ਨੇ ਸਮਾਲ ਏਰੀਆ ਐਲੀਮੈਂਟ ਲੈ ਲਿਆ ds ਉਹਦਾ ਰੀਜ਼ਨ ਕੀ ਆ ਗਿਆ ਸੈਕਿੰਡ ਇਹਦੇ ਵਿੱਚ ਵੀ ਆਪਾਂ ਸਮਾਲ ਏਰੀਆ ਐਲੀਮੈਂਟ ਲੈ ਲੈਂਦੇ ਆ ਉਹਦਾ ਵੀ ਰੀਜ਼ਨ ਕੀ ਆ ਗਿਆ ds ਥਰਡ ਰੀਜ਼ਨ ਹੁਣ ਇਹ ਦੇਖੋ ਆਪਣੇ ਕੋਲ ਕੀ ਹੈ ਆਪਣੇ ਕੋਲ ਸਿਲੰਡਰੀਕਲ ਸਰਫੇਸ ਆ ਹੈ ਉਹਦਾ ਆਹ ਵਾਲੇ ਦੋ ਸਰਫੇਸ ਕਿਹੜੀਆਂ ਨੇ ਸਿਲੰਡਰੀਕਲ ਨੇ ਆਪਾਂ ਨੂੰ ਪਤਾ ਹੈ ਵੀ ਜਿਹੜਾ ਯੂਨਿਟ ਵੈਕਟਰ ਹੁੰਦਾ ਇਟ ਇਜ਼ ਅ ਪਰਪੈਂਡੀਕੂਲਰ ਟੂ ਦਾ ਨਾਰਮਲ ਟੂ ਦਾ ਸਰਫੇਸ ਪਰਪੈਂਡੀਕੂਲਰ ਟੂ ਦਾ ਸਰਫੇਸ ਇਹਦਾ ਸਿੰਪਲ ਆ ਗਿਆ n ਕੈਪ है ना ਇਹਦੀ ਵੀ ਕੀ ਆ ਜਾਊਗਾ n ਕੈਪ ਬਟ
ਜਿਹੜਾ ਨਾ ਇਲੈਕਟ੍ਰਿਕ ਫੀਲਡ ਹੋਊਗਾ, ਹੁਣ ਇਲੈਕਟ੍ਰਿਕ ਫੀਲਡ ਕੀ ਹੈ, ਪੋਜ਼ਿਟਿਵਲੀ ਚਾਰਜਡ ਆ, ਪੋਜ਼ਿਟਿਵਲੀ ਚਾਰਜਡ ਆ ਤਾਂ ਇਲੈਕਟ੍ਰਿਕ ਫੀਲਡ ਕਿਸ ਤਰ੍ਹਾਂ ਹੋਊਗਾ, रेडियली आउटवर्ड। इलेक्ट्रिक फील्ड किस तरह होगा, रेडियली आउटवर्ड। इस तरह भी है ना, ਇਹਦਾ भी इस तरह ही होगा ना, रेडियली आउटवर्ड। ਹੁਣ ਆ देख लो ਜਿਹੜੀ ਆ ਵਾਲੀ ਆਪਣੀ कर्व्ड सरफेस आ, ਇਹਦਾ यूनिट वेक्टर ਤਾਂ ਇਸ ਤਰ੍ਹਾਂ ਹੋ ਗਿਆ, इलेक्ट्रिक फील्ड ਦਾ ਇਸ ਤਰ੍ਹਾਂ ਹੀ ਹੋ ਗਿਆ, इलेक्ट्रिक फील्ड इस तरह हो गया। ਆਪਾਂ ਨੂੰ ਪਤਾ ਹੈ ਵੀ ਜਿਹੜਾ ਆਪਣਾ यूनिट वेक्टर ਹੁੰਦਾ ਉਹ ਵੀ ਕੀ ਹੁੰਦਾ, परपेंडिकुलर टू द सरफेस ਹੁੰਦਾ, ਇਹ ਵੀ ਆਪਣੇ ਕੋਲ ਕੀ ਆ ਗਿਆ, एम के। समझ आ गया, डायग्राम समझ आ गया चंगी तरह। डायग्राम समझने के लिए की है अपने को लॉन्ग स्ट्रेट वायर ले ली अपने, जी पॉजिटिवली चार्ज यूनीफॉर्मली चार्ज वायर क्या सी, फिर अपने स्मॉल स्मॉल एरिया एलिमेंट्स ले लिए जो पिछे भी लेंदे हुंदे सी। आपां नूं पता भी यूनिट वेक्टर इट इज़ अ नॉर्मल टू द सरफेस, परपेंडिकुलर टू द सरफेस, उस तरह नाले ते पॉजिटिवली चार्ज सीगा जिहड़ा इलैक्ट्रिक फील्ड सीगा इट इज़ अ परपेंडिकुलर टू द सरफेस। क्यों, क्योंकि रेडियली अपवर्ड एक्ट करूगा। इस तरह ही अपन एक कर्व्ड सरफेस का रीजन ले लिया ds, ਉਹਦੇ ਵਿੱਚ ਜਿਹੜਾ ਆਪਣੇ ਕੋਲ एरिया एलिमेंट एंड इलैक्ट्रिक फील्ड दोनों की आए परपेंडिकुलर। तो देखो दोनों की आ रहे हैं नॉर्मल, एन वेक्टर की डायरेक्शन भी उधर है, ई वेक्टर की डायरेक्शन भी उधर है, तो थीटा की वैल्यू कितनी होगी, 0। इधर दोनों की ने एक दूसरे के परपेंडिकुलर, ਇਹਦੇ ਲਈ थीटा की वैल्यू कितनी होगी, 90, ਇਹਦੇ ਲਈ थीटा की वैल्यू कितनी होगी, 90। ओके, हुण सिलेंड्रिकल बॉडी ਲਈ आ दोनों की ने गया स्फेरिकल, तो ਇਹਦਾ रेडियस आ ले सकते ना, रेडियस दिस इज अ रेडियस एनी इज द आ भी की होगा रेडियस। तो लॉन्ग इनफिनाइट वायर आ भी की आ गया, आर आ गया। आप पी पॉइंट ले लिया अपन जिदा रेडियस की है आर, ओदा एक एरिया एलिमेंट ले लिया, ओदा की ले लिया अपन ds। हुण इहदी आपां थ्योरी किस तरह लिख सकते हैं, हाँ इहदी लेंथ है ना, सिंपल लेंथ है, इहदी लीनियर चार्ज डिस्ट्रीब्यूशन की होगा लैम्डा। समझ आ गई गल दी। तो इहदी तुसीं की लिखोगे थ्योरी, थ्योरी तुसीं लिखोगे कंसीडर an infinitely long straight wire having linear charge density lambda, having linear charge density lambda to calculate electric field। अपन electric field intensity find करनी है through a thin wire, through a thick wire, through a long wire लिख लो। at a point P we consider a higher circular cylinder of radius r। सिलेंडर अपने कंसीडर किया ना जिहदा रेडियस की है r, ते लेंथ, इहदी लेंथ ले सकते हो तुसी, लेंथ इहदी की होगी l। ओके, समझ आई गल। नेक्स्ट विद द इनफिनाइटली लॉन्ग वायर एट इट्स एक्सिस। हुण की ना ds इज अ स्मॉल एरिया एलिमेंट, ds इज अ स्मॉल एरिया एलिमेंट ऑफ द गॉसियन सरफेस। एक ही है गॉसियन सरफेस है एट अ पॉइंट p, ठीक है। हुज अपन पता है गॉसियन सरफेस ते इलैक्ट्रिक फील्ड की वैल्यू हर एक पॉइंट ते की हुंदी है सेम, ठीक है। हुण आपां की करांगे, दो पॉइंट्स ले लांगे ऑन द कर्व्ड सरफेस, एक द कर्व्ड सरफेस ते इलैक्ट्रिक फील्ड इंटेंसिटी फाइंड कर दांगे, एक किते फाइंड करांगे ऑन द एंड सरफेस। एंड सरफेस आ दोनों एंड सरफेसेस ने ना जिन्हां नूं आपां सर्कुलर सरफेसेस भी बोल सकते हो। समझ आ गई गल दी। चलो पहला तुसीं कड्डो ऑन द कर्व्ड सरफेस, फिर दोनों एग्रीगेट कर देंगे, अपने को टोटल इलैक्ट्रिक फील्ड इंटेंसिटी आ जाएगी, ठीक है। ये देखो ऑन द कर्व्ड सरफेस, जो कर्व्ड सरफेस की गल की तो अपने देखा इलैक्ट्रिक फील्ड एंड यूनिट वेक्टर, इलैक्ट्रिक फील्ड एंड यूनिट वेक्टर दीज आर इन द सेम डायरेक्शन। थीटा हैविंग थीटा इज इक्वल टू एट एन एंगल थीटा इज इक्वल टू 0 डिग्री। इलैक्ट्रिक फील्ड एंड यूनिट वेक्टर to the curved surface in the same direction so that theta is equal to 0. Then according to Gaussian surface, क्या है अपने को closed surface EDS is equal to E dot n cap ds। लिख सकते ना n cap ds, n cap ds पता मैंने कित्थों लिखा, क्योंकि अपने को हुंदा ना n cap is equal to ds वेक्टर अपॉन ds, ठीक है। तो मैंने ds वेक्टर की वैल्यू कढ ली, ds वेक्टर की वैल्यू की होगी n cap ds हुंदी है ना, वो किदे इक्वल हुंदी है q अपॉन एप्सिलॉन नॉट, q अपॉन
एप्सिलॉन नॉट। हुण देखो ਜਿਹੜਾ यूनिट वैक्टर ਆ दिस इज अ यूनिट वैक्टर ਇਹ ਆਪਾਂ ਨੂੰ ਕੀ ਦੱਸਦਾ डायरेक्शन ਇਹਦੀ ਵੈਲਿਊ ਤੁਸੀਂ ਸਿੰਪਲ ਕੀ ਲੈ ਸਕਦੇ ਹੋ ਮੈਗਨੀਟਿਊਡ ਦੇ ਵਿੱਚ ਕੀ ਲੈ ਸਕਦੇ ਹੋ ਸਿੰਪਲ 1 ਵੈਲਿਊ ਲੈ ਸਕਦੇ ਹੋ। ਪਹਿਲਾਂ ਡਾਟ ਨੂੰ ਕੱਟੋ ਡਾਟ ਨੂੰ ਕੱਟ ਕੇ ਕੀ ਲਗਾਉਂਦੇ ਹੁੰਦੇ ਆਪਾਂ डॉट ਨੂੰ ਕੱਟ ਕੇ ਕੀ ਲਗਾਉਂਦੇ ਹੁੰਦੇ ਆ cos थीटा इज इक्वल टू क्यू वाई एप्सिलॉन नॉट। थीटा ਦੀ ਵੈਲਿਊ ਕਿੰਨੀ ਹੈ कर्व्ड ਸਰਫੇਸ ਦੇ ਲਈ 0 ਕਿੰਨੀ ਹੈਗੀ 0 cos 0 ਕਿੰਨਾ ਹੁੰਦਾ ਹੈ 1 ਤਾਂ ਆਪਣੇ ਕੋਲ ਇਹਦੀ ਵੈਲਿਊ ਵੀ 1 ਇਹਦੀ ਵੈਲਿਊ ਵੀ 1 ਤਾਂ ਆਪਣੇ ਕੋਲ ਸਿੰਪਲ ਆ ਗਿਆ e into 1 into ds into 1 is equal to q by epsilon naught। ठीक है यूनिट वेक्टर है ना इट टेल्स अबाउट द डायरेक्शन सिंपली तो ਇਹਦੀ ਵੈਲਿਊ ਆਪਾਂ यूनिट ही लेके चलते हैं 1। ठीक है तो अपने को क्या आ गया e ds is equal to q by epsilon naught। ओके जी हुण अपने को सिंपल की है ਇਹਦੀ ਵੈਲਿਊ हुण देखो आ e इलेक्ट्रिक फील्ड दा फिक्स्ड ही है ds is equal to हुण देखो कर्व्ड सरफेस की है सिलेंड्रिकल बॉडी है ना सिलेंड्रिकल बॉडी दा कर्व्ड सरफेस एरिया कितना हुंदा है 2 pi rl हुंदा ना कितना होता 2 pi RH होता है हाइट है सिंपल आप ले रहे हैं लेंथ L ले रहे हैं ना तो कर्व्ड सरफेस एरिया कितना होगा सिलेंड्रिकल बॉडी का सिलेंड्रिकल बॉडी कितना होगा 2 pi RL पुट कर दो तो अपने को आ गया E 2 pi RL is equal to Q by epsilon naught। आ गया सिंपल की आ गया अपने को ਜਾਂ ਫਿਰ ਇਹਨੂੰ ਲਿਖ ਆ ਗਈ ਇਹਨੂੰ ਮੰਨ ਲਓ ਤੁਸੀਂ ਫਰਸਟ ਇਕੁਏਸ਼ਨ ਇਹ ਆਪਣੇ ਕੋਲ कर्व्ड ਸਰਫੇਸ ਆ ਗਿਆ ਹੁਣ ਆਪਾਂ ਕਿਹਦਾ ਕੱਢਾਂਗੇ ਔਨ ਦ ਸਰਕੂਲਰ ਸਰਫੇਸ ਜਾਂ ਫਿਰ ਔਨ ਦ ਐਂਡ ਸਰਫੇਸ ਲਿਖ ਸਕਦੇ ਹਾਂ। ਠੀਕ ਹੈ ਚਲੋ ਔਨ ਦ ਐਂਡ ਸਰਫੇਸ ਚਾਹੇ ਸਰਕੂਲਰ ਸਰਫੇਸ ਲਿਖ ਲਓ ਤੁਹਾਡੀ ਮਰਜ਼ੀ ਹੈ। ਇਹਨੂੰ ਰੱਖ ਲੈਂਦੇ ਆਪਾਂ चल ऑन द सर्कुलर सरफेस जो सर्कुलर सरफेस वाल अपने देखा ਉਹਦੇ ਵਿੱਚ ਕੀ ਸੀਗਾ ऑन द एंड सरफेस ऑफ सिलेंडर एंगल बिटवीन इलेक्ट्रिक फील्ड एंड यूनिट वेक्टर इज 90 एंगल बिटवीन इलेक्ट्रिक फील्ड एंड यूनिट वेक्टर इज 90 ਜਦੋਂ 90 ही हो गया देन ਉੱਥੇ इलेक्ट्रिक फ्लक्स ਦੀ ਵੈਲਿਊ ਤਾਂ ਕੋਈ ਆਈ ਹੋਈ ਨਹੀਂ क्योंकि ਆਪਾਂ ਨੂੰ पता भी cos 90 ਦੀ ਵੈਲਿਊ ਕਿੰਨੀ ਹੁੰਦੀ ਆ 0 ਜਦੋਂ cos 90 ਦੀ ਵੈਲਿਊ ਆਪਣੇ ਕੋਲ 0 ਹੋ ਗਈ ਦੈਨ ਉੱਥੇ ਇਲੈਕਟ੍ਰਿਕ ਫਲਕਸ ਦੀ ਵੈਲਿਊ ਮਤਲਬ phi e ਡਬਲ ਲੈ ਲਓ ਮਤਲਬ ਇਹਨੂੰ ਲੈ ਲਓ ਆਪਣੇ ਕੋਲ ਜਿਵੇਂ ਆ ਗਿਆ ਸਿੰਪਲ phi e ਡੈਸ਼ ਲੈ ਲਓ ਹਨਾ ਇਲੈਕਟ੍ਰਿਕ ਫਲਕਸ ਹੀ ਹੁੰਦਾ ਹੈ ਸਿੰਪਲ ਹਨਾ ਇਹਦੀ ਵੈਲਿਊ ਆ ਗਈ ਡਬਲ ਦੇ ਲਈ ਕਿੰਨੀ ਆ ਗਈ 0 0 ਕਿਉਂ ਆਈ ਆ ਕਿਉਂਕਿ ਇਲੈਕਟ੍ਰਿਕ ਫੀਲਡ ਐਂਡ ਯੂਨਿਟ ਵੈਕਟਰ these are perpendicular to each other perpendicular cos 90 ਆਂਦਾ ਜੇ ਤੁਸੀਂ ਫਾਈਂਡ ਕਰਦੇ ਹੋ ਵੀ ਫਾਰਮੂਲਾ ਪੁੱਟ ਕਰਦੇ e ds cos 90 90 ਦੀ ਵੈਲਿਊ ਕਿੰਨੀ ਆ ਗਈ 0 ਸਾਰਾ ਕੁਝ 0 ਹੀ ਹੋ ਗਿਆ ਤਾਂ phi डबल डैश इज इक्वल टू ਕੀ ਆ ਗਿਆ 0 जिन्ना इधर सर्कुलर सरफेस ਦੀ ਵੈਲਿਊ 0 ਆਈ ਹੈ ਉਨੀ ਰੀਜ਼ਨ थर्ड ਦੀ 0 ਆ ਗਈ मतलब phi ट्रिपल डैश मतलब ਤੁਸੀਂ ਸਿੰਪਲ ਵੀ ਲਿਖ ਸਕਦੇ ਹੋ डबल ਦੀ ਵੈਲਿਊ ਵੀ ਉਨੀ ਆਣੀ ਹੈ ट्रिपल ਦੀ ਵੀ ਉਨੀ ਆਣੀ ਹੈ ਔਨ ਦ ਸਰਕੂਲਰ ਸਰਫੇਸ ਹੀ ਮੈਂ ਲਿਖਤਾ सर्कुलर का मतलब दोनों का क्योंकि सेम ही वैल्यू आनी है ना तो तिना तुम एग्रीगेट कर दो एग्रीगेट किया तो आंसर कितना आया phi सिंगल phi डबल phi ट्रिपल सिंगल की वैल्यू कितनी फ्रॉम फर्स्ट इक्वेशन आई अपने को कितनी आई phi e डैश कितनी आई अपने को वैल्यू e 2 pi r l is equal to आ गई phi e डबल डैश की वैल्यू कितनी आई 0 phi ट्रिपल डैश की वैल्यू कितनी आई 0 आही रह गया ना कल आंसर अपने को की रहा अपने को आंसर आही रह गया आंसर अपने को या फिर इनू ਆਪਾਂ ਕੀ ਲਿਖ ਸਕਦੇ ਆ ਇਹਨੂੰ ਆਪਾਂ ਲਿਖ ਸਕਦੇ ਆ e is equal to q by epsilon naught into 1 by 2 pi r l सिंपल लिखा मैंने आ वाला मल्टीप्लाई से इधर जाके की हो गया डिवाइड हो गया हुण अपन पता भी लैम्डा की है इट इज अ लीनियर चार्ज डिस्ट्रीब्यूशन ਇਹਦਾ ਫਾਰਮੂਲਾ ਹੁੰਦਾ लैम्डा इज इक्वल टू ਕੀ ਹੁੰਦਾ q upon l q upon l q ਆ ਪਿਆ l ਆ ਪਿਆ ਤਾਂ ਸਿੰਪਲ ਕੀ ਹੋ ਗਿਆ ਇਹਨੂੰ ਆਪਾਂ ਲਿਖ ਸਕਦੇ ਹਾਂ ਨਾ 1 by epsilon naught q by
2 ਪਾਈ ਆਰ ਐਲ। ਤਾਂ ਇਹਨੂੰ ਦੋਨਾਂ ਨੂੰ ਕੀ ਲਿਖਤਾ ਆਪਾਂ ਕਿਊ ਬਾਈ ਐਲ ਨੂੰ ਕੀ ਲਿਖਤਾ ਲੈਮਡਾ। ਲਿਖ ਸਕਦੇ ਹਾਂ ਨਾ ਆਪਾਂ ਸਿੰਪਲ। ਤਾਂ ਲਿਖੋ ਕੀ ਲਿਖਤਾ E is equal to 1 by epsilon naught lambda by 2 pi r। आ गया अपने को यही आंसर सिंपल। की है अपने को E is equal to 1 by epsilon naught lambda by 2 pi r, या फिर तुम लिख सकते हो 1 by 2 pi epsilon naught lambda by r। आ गई अपने को। ਹੁਣ ਤੁਸੀਂ ਤਿੰਨ ਗੱਲਾਂ ਨਾ ਯਾਦ ਰੱਖਣੀਆਂ ਨੇ। ਦੇਖੋ ਜਿਹੜਾ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਆਈ ਹੈ ਇਟ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ r। डिस्टेंस ਜਿਹੜਾ ਰੇਡੀਅਸ ਲਿਆ ਸੀ ਇਟ ਇਜ਼ ਅ ਇਨਵਰਸਲੀ ਪ੍ਰੋਪੋਰਸ਼ਨਲ ਟੂ ਰੇਡੀਅਸ। ਤਾਂ ਇਹ ਆਪਣੇ ਕੋਲ ਯਾਦ ਆ ਗਈ। ਇੱਕ ਤਾਂ ਗੱਲ ਯਾਦ ਇਹ ਦੱਸਿਓ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਘਟਦੀ ਜਾਊਗਾ ਜਿੰਨਾ ਰੇਡੀਅਸ ਕੀ ਹੁੰਦਾ ਜਾਊਗਾ ਵੱਧਦਾ ਜਾਊਗਾ। ਯਾਦ ਰੱਖਿਓ ਇਟ these are inversely proportional to each other। ਫਸਟ ਪੁਆਇੰਟ ਤੇ ਤੁਸੀਂ ਇਹ ਯਾਦ ਰੱਖੋਗੇ E is inversely proportional to R। first point। second ਕੀ ਯਾਦ ਰੱਖੋਗੇ E ਦੇ डायरेक्टली कौन लैम्डा लीनियर चार्ज डिस्ट्रीब्यूशन। अगर अपने को लैम्डा की वैल्यू ग्रेटर दैन 0 आती है, अगर लैम्डा की वैल्यू ग्रेटर दैन 0 है दैन अपने को जी डायरेक्शन होगी इलैक्ट्रिक फील्ड एट एवरी पॉइंट इज रेडियली आउटवर्ड। याद रखियो जो अपने को लैम्डा की वैल्यू ग्रेटर दैन 0 होगी दैन द डायरेक्शन ऑफ इलेक्ट्रिक फील्ड at every point radially is outwards। थर्ड पॉइंट जे अपने को लैम्डा की वैल्यू लैस दैन 0 आ गई, जे लैस दैन 0 आ गई दैन जी डायरेक्शन आ लैस दैन 0 आ गई इनफिनाइटली लॉन्ग वायर क्या सी ना उन्होंने। जे लैस दैन 0 आ गई मतलब लेंथ स्मॉल आ गई दैन आप की करांगे अपने कोल जी डायरेक्शन होगी इलैक्ट्रिक फील्ड की वो रेडियली की हो जूगी इनवर्ड हो जूगी। रेडियली की हो जूगी इनवर्ड। ठीक है डायरेक्शन ऑफ इलैक्ट्रिक फील्ड at every point radially inward। ओके लास्ट पॉइंट इज अगर कहते वायर अपने को इनफिनाइटली लॉन्ग ना होंगी, इफ द वायर इज नॉट इनफिनाइटली लॉन्ग वी हैव टू टेक इनटू कंसिडरेशंस द एंड इफेक्ट्स। कहते फिर अपन की सोचना पैंदा जे अपने को इनफिनाइटली लॉन्ग वायर ना होंगी दैन अपने को वी हैव टू टेक इनटू कंसिडरेशंस द एंड इफेक्ट्स। तो अपन एंड इफेक्ट्स बारे भी सोचना पैंदा क्योंकि अपने को फिक्स्ड वायर दे देंगे ना तो अपने जो एंड इफेक्ट्स ने ये भी 0 नहीं सी आने। इस करके आप की करने आगे जी अपने को वायर होनी चाहिए वो की होनी चाहिए लॉन्ग होनी चाहिए जिसकी आप लेंथ में मेजर नहीं कर सकते। ओके बेटा दैट्स ऑल।